ਨੀ ਆ ਕੀ ਬਣਾਇਆ ਹੈ? ਪਾਣੀ ਧਾਣੀ ਜਾ ਹੈ ਕੀ ਇਹ? ਕੁਲਵੰਤ ਦੀ ਦਾਦੀ ਉਸ ਦੀ ਮਾਂ ਨੂੰ ਕਹਿ ਰਹੀ ਸੀ, ਬੇਬੇ ਦਾਲ ਆ। ਕੁੜੇ ਦਾਲ ਇਹੋ ਜੀ ਹੁੰਦੀ ਆ? ਤੇਰੇ ਪੇਕੇ ਖਾਂਦੇ ਹੋਣਗੇ ਇਹੋ ਜੀ ਦਾਲ, ਸਾਡੇ ਨਹੀਂ ਖਾਂਦੇ। ਇੰਨੇ ਸਾਲ ਹੋ ਗਏ ਤੈਨੂੰ ਵਿਆਹੀ ਆਈ ਨੂੰ, ਅਜੇ ਤੱਕ ਤੇਰੇ ਚੋਂ ਪੇਕਿਆਂ ਦਾ ਨੰਗ ਪੁਣਾ ਨਹੀਂ ਨਿਕਲਿਆ। ਕੁਲਵੰਤ ਦੀ ਦਾਦੀ ਟੁੱਟੇ ਛਿੱਤਰ ਵਾਂਗੂ ਵੱਧਦੀ ਹੀ ਜਾ ਰਹੀ ਸੀ। ਬੇਬੇ ਮੇਰੇ ਪੇਕਿਆਂ ਨੂੰ ਕਿਉਂ ਬੋਲਦੇ ਹੋ? ਉਹਨਾਂ ਨੇ ਵਿਚਾਰਿਆਂ ਨੇ ਕੀ ਗਲਤੀ ਕੀਤੀ ਆ? ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ, ਆ ਤੂੰ ਡੁੰਨ ਵੱਟਾ ਸਾਡੇ ਸਿਰ ਮਾਰਿਆ, ਇਹ ਗਲਤੀ ਨਹੀਂ? ਨਾ ਅਕਲ ਨਾ ਸ਼ਕਲ, ਨਾ ਲੈਣ ਨੂੰ ਕੁਛ ਨਾ ਦੇਣ ਨੂੰ। ਬਥੇਰੇ ਰਿਸ਼ਤੇ ਆਉਂਦੇ ਸੀ ਚੰਗੇ ਘਰਾਂ ਦੇ ਮੇਰੇ ਪੁੱਤ ਨੂੰ, ਪਰ ਸਾਡੀ ਮਾੜੀ ਕਿਸਮਤ, ਮਰ ਜਾਣ ਪੁੱਤ ਵਿਚੋਲੇ ਦੇ ਜਿਹਨੇ ਸਾਡੇ ਅੱਖੀ ਘੱਟਾ ਪਾਇਆ। ਕੁਲਵੰਤ ਦੀ ਦਾਦੀ ਦਾ ਰੋਜ਼ ਦਾ ਹੀ ਕੰਮ ਸੀ। ਕੁਲਵੰਤ ਨੇ ਜਦੋਂ ਦੀ ਸੁਰਤ ਸੰਭਾਲੀ ਸੀ, ਉਸ ਨੇ ਹਮੇਸ਼ਾ ਦਾਦੀ ਨੂੰ ਮਾਂ ਨਾਲ ਲੜਦੇ ਹੀ ਵੇਖਿਆ ਸੀ। ਮਾਂ ਜੋ ਵੀ ਕੰਮ ਕਰਦੀ, ਦਾਦੀ ਨੇ ਉਸ ਵਿੱਚ ਨੁਕਸ ਕੱਢਣਾ ਹੀ ਕੱਢਣਾ। ਦਾਦੀ ਦਾ ਸੁਭਾਅ ਮਾੜਾ ਨਹੀਂ ਸੀ। ਮਾਂ ਤੋਂ ਬਿਨਾਂ ਬਾਕੀ ਸਭ ਨਾਲ ਉਹ ਵਧੀਆ ਗੱਲਾਂ ਕਰਦੀ, ਕੁਲਵੰਤ ਨੂੰ ਬਹੁਤ ਪਿਆਰ ਕਰਦੀ। ਕੁਲਵੰਤ ਦੇ ਪਿਓ ਨੂੰ ਵੀ ਪੁੱਤ-ਪੁੱਤ ਕਰਦੀ ਨਾ ਥੱਕਦੀ। ਜਦੋਂ ਕੁਲਵੰਤ ਦੀ ਭੂਆ ਆਉਂਦੀ, ਉਸ ਨਾਲ ਵੀ ਪਿਆਰ ਨਾਲ ਗੱਲ ਕਰਦੀ। ਪਿੰਡ ਵਿੱਚੋਂ ਕੋਈ ਵੀ ਆਉਂਦਾ, ਦਾਦੀ ਉਹਨਾਂ ਨਾਲ ਪਿਆਰ ਨਾਲ ਗੱਲਾਂ ਕਰਦੀ। ਬਸ ਕੁਲਵੰਤ ਦੀ ਮਾਂ ਨਾਲ ਹੀ ਉਸ ਦਾ ਕੋਈ ਵੈਰ ਸੀ। ਕੁਲਵੰਤ 10 ਸਾਲ ਦਾ ਹੋ ਗਿਆ ਸੀ, ਪਰ ਦਾਦੀ ਦੇ ਵਤੀਰੇ ਵਿੱਚ ਭੋਰਾ ਫਰਕ ਨਹੀਂ ਸੀ ਪਿਆ। ਇੱਕ ਦਿਨ ਕੁਲਵੰਤ ਨੇ ਆਪਣੀ ਮਾਂ ਨੂੰ ਪੁੱਛਿਆ, ਮਾਂ, ਦਾਦੀ ਸਭ ਨਾਲ ਵਧੀਆ ਗੱਲਾਂ ਕਰਦੀ ਹੈ, ਪਰ ਤੇਰੇ ਨਾਲ ਕਿਉਂ ਲੜਦੀ ਰਹਿੰਦੀ ਹੈ? ਪੁੱਤ, ਇਹ ਮੇਰੀ ਸੱਸ ਹੈ। ਸੱਸਾਂ ਇਸ ਤਰ੍ਹਾਂ ਹੀ ਨੂੰਹਾਂ ਨਾਲ ਲੜਦੀਆਂ ਨੇ, ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ। ਤੂੰ ਸੱਸ ਕਦੋਂ ਬਣੇਗੀ ਮਾਂ? ਕੁਲਵੰਤ ਨੇ ਪੁੱਛਿਆ। ਉਸ ਦੇ ਇਸ ਤਰ੍ਹਾਂ ਦੇ ਭੋਲੇਪਨ ਤੇ ਮਾਂ ਹੱਸ ਪਈ, ਨਾਲੇ ਕੁਲਵੰਤ ਨੂੰ ਜੱਫੀ ਵਿੱਚ ਲੈ ਕੇ ਪਿਆਰ ਕਰਦੀ ਹੋਈ ਕਹਿਣ ਲੱਗੀ, ਜਦੋਂ ਤੇਰਾ ਵਿਆਹ ਹੋ ਗਿਆ ਪੁੱਤਰ, ਤੇਰੀ ਘਰਵਾਲੀ ਆ ਜਾਊ, ਫਿਰ ਮੈਂ ਸੱਸ ਬਣੂੰਗੀ। ਮਾਂ, ਫਿਰ ਤੂੰ ਮੇਰੀ ਘਰਵਾਲੀ ਨਾਲ ਇਸ ਤਰ੍ਹਾਂ ਹੀ ਲੜੇਂਗੀ? ਕੁਲਵੰਤ ਨੇ ਭੋਲੇਪਨ ਵਿੱਚ ਕਿਹਾ। ਨਾ ਪੁੱਤ, ਮੈਂ ਸੁੱਖੀ ਸਾਂਦੀ ਤੇਰੀ ਘਰਵਾਲੀ ਨਾਲ ਕਿਉਂ ਲੜੂੰਗੀ? ਮੈਂ ਕੋਈ ਕਮਲੀ ਆ? ਪਰ ਮਾਂ, ਤੂੰ ਆਪ ਤਾਂ ਕਹਿਣੀ ਹੈ ਵੀ ਸੱਸਾਂ ਨੂੰਹਾਂ ਨਾਲ ਲੜਦੀਆਂ ਹੀ ਹੁੰਦੀਆਂ। ਨਹੀਂ ਮੇਰੇ ਲਾਲ, ਮੈਂ ਵਾਅਦਾ ਕਰਦੀ ਹਾਂ ਤੇਰੇ ਨਾਲ ਤੇ ਕਿ ਮੈਂ ਕਦੇ ਵੀ ਤੇਰੀ ਘਰਵਾਲੀ ਨਾਲ ਨਹੀਂ ਲੜਦੀ, ਮਾਂ ਨੇ ਭਾਵੁਕ ਹੋ ਕੇ ਕੁਲਵੰਤ ਨੂੰ ਕਿਹਾ। ਸਮਾਂ ਬੀਤਦਾ ਗਿਆ। ਕੁਲਵੰਤ ਪੜ੍ਹ ਲਿਖ ਕੇ ਸ਼ਹਿਰ ਨੌਕਰੀ ਕਰਨ ਲੱਗ ਗਿਆ। ਉਹ ਹਰ ਰੋਜ਼ ਮੋਟਰਸਾਈਕਲ ਤੇ ਪਿੰਡ ਤੋਂ ਸ਼ਹਿਰ ਨੌਕਰੀ ਕਰਨ ਜਾਂਦਾ। ਉਸ ਦੀ ਦਾਦੀ ਕਾਫੀ ਬਜ਼ੁਰਗ ਹੋ ਗਈ ਸੀ, ਸਾਰਾ ਦਿਨ ਮੰਜੇ ਤੇ ਹੀ ਪਈ ਰਹਿੰਦੀ। ਮਾਂ ਉਸ ਨੂੰ ਬੈਠੀ ਦੀ ਸੇਵਾ ਕਰਦੀ। ਦਾਦੀ ਦੀ ਨਿਗਾਹ ਵੀ ਘਟ ਗਈ ਸੀ। ਮਾਂ ਆਪਣੀ ਕੰਮ ਵਾਲੀ ਦੀ ਮਦਦ ਨਾਲ ਦਾਦੀ ਨੂੰ ਇਸ਼ਨਾਨ ਕਰਵਾਉਂਦੀ। ਰਾਤ ਨੂੰ ਦਾਦੀ ਪਿਸ਼ਾਬ ਕਰਨ ਬਾਹਰ ਨਹੀਂ ਸੀ ਜਾ ਸਕਦੀ, ਇਸ ਲਈ ਉਹ ਮੰਜੇ ਦੇ ਨਾਲ ਰੱਖੇ ਬੱਠਲ ਵਿੱਚ ਹੀ ਰਾਤ ਨੂੰ ਪਿਸ਼ਾਬ ਕਰਦੀ। ਪਰ ਮਾਂ ਪ੍ਰਤੀ ਦਾਦੀ ਦਾ ਸੁਭਾਅ ਨਹੀਂ ਸੀ ਬਦਲਿਆ। ਉਹ ਉਸੇ ਤਰ੍ਹਾਂ ਮਾਂ ਨੂੰ ਹਰ ਕੰਮ ਵਿੱਚ ਟੋਕਾ ਟਕਾਈ ਕਰਦੀ। ਕੁਲਵੰਤ ਦੇ ਵਿਆਹ ਦੀ ਗੱਲ ਚੱਲੀ। ਕੁਲਵੰਤ ਦੇ ਮਾਂ-ਬਾਪ ਨੇ ਇੱਕ ਕੁੜੀ ਵੇਖੀ, ਪਰ ਕੋਈ ਵੀ ਗੱਲ ਤੋਰਨ ਤੋਂ ਪਹਿਲਾਂ ਕੁਲਵੰਤ ਦੀ ਰਾਏ ਲੈਣਾ ਜ਼ਰੂਰੀ ਸੀ। ਮੁੰਡਾ ਪੜ੍ਹਿਆ ਲਿਖਿਆ ਸੀ, ਨੌਕਰੀ ਪੇਸ਼ਾ ਸੀ। ਕੁੜੀ ਵੀ ਪੜ੍ਹੀ ਲਿਖੀ ਸੀ। ਕੁਲਵੰਤ ਨੇ ਆਪਣੇ ਮਾਂ-ਬਾਪ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਪਸੰਦ ਦੀ ਕੁੜੀ ਲੱਭ ਲਵੋ, ਜੋ ਕੁੜੀ ਮਾਂ ਨੂੰ ਪਸੰਦ ਆ ਜਾਵੇ, ਮੇਰਾ ਵਿਆਹ ਕਰ ਦੇਣਾ। ਮੁੰਡੇ ਦਾ ਜਵਾਬ ਸੁਣ ਕੇ ਮਾਂ ਗਦਗਦ ਹੋ ਗਈ। ਉਸ ਨੂੰ ਆਪਣੇ ਪੁੱਤਰ ਦੀ ਸਿਆਣਪ ਤੇ ਬੜਾ ਫਖਰ ਹੋਇਆ। ਕੁਲਵੰਤ ਦਾ ਵਿਆਹ ਹੋ ਗਿਆ। ਮਾਂ ਨੇ ਕੁੜੀ ਪਸੰਦ ਕੀਤੀ ਸੀ। ਕੁੜੀ ਸੋਹਣੀ ਸੀ, ਪੜ੍ਹੀ ਲਿਖੀ ਸੀ, ਪਰ ਸ਼ਹਿਰ ਦੀ ਰਹਿਣ ਵਾਲੀ ਸੀ। ਕੁਲਵੰਤ ਨੇ ਆਪਣੀ ਉਹੀ ਰੁਟੀਨ ਰੱਖੀ। ਉਹ ਰੋਜ਼ ਸਵੇਰੇ ਨੌਕਰੀ ਕਰਨ ਸ਼ਹਿਰ ਜਾਂਦਾ ਤੇ ਸ਼ਾਮ ਨੂੰ ਵਾਪਸ ਆਉਂਦਾ। ਕੁਲਵੰਤ ਦੀ ਪਤਨੀ ਨੂੰ ਸ਼ਹਿਰ ਵਿੱਚ ਰਹਿਣ ਕਰਕੇ ਪਿੰਡ ਦੇ ਕੰਮ ਦਾ ਬਹੁਤਾ ਭੇਤ ਨਹੀਂ ਸੀ। ਉਹ ਸ਼ਹਿਰ ਵਿੱਚ ਗੈਸ ਤੇ ਕੰਮ ਕਰਦੀ ਸੀ, ਪਰ ਇੱਥੇ ਚੁੱਲ੍ਹੇ ਤੇ ਕੰਮ ਹੁੰਦਾ। ਪਰ ਉਹ ਸਿਆਣੀ ਕੁੜੀ ਸੀ। ਉਸ ਨੇ ਹੌਲੀ-ਹੌਲੀ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਗਰਮੀ ਦੇ ਮਹੀਨੇ ਉਸ ਨੇ ਚੁੱਲ੍ਹੇ ਮੂਹਰੇ ਬੈਠੀ ਨੇ ਟੇਬਲ ਵਾਲਾ ਪੱਖਾ ਲਾ ਲਿਆ। ਉਸ ਨੂੰ ਰੇਡੀਓ ਸੁਣਨ ਦੀ ਆਦਤ ਸੀ, ਨਾਲ ਹੀ ਉਸਨੇ ਸੈਲਾਂ ਵਾਲਾ ਛੋਟਾ ਰੇਡੀਓ ਲਾ ਲਿਆ। ਕੁਲਵੰਤ ਦੀ ਮਾਂ ਇਹ ਬਰਦਾਸ਼ਤ ਨਾ ਕਰ ਸਕੀ। ਉਹ ਸਾਰੀ ਉਮਰ ਬਿਨਾਂ ਪੱਖੇ ਤੋਂ ਰੋਟੀ ਪਕਾਉਂਦੀ ਰਹੀ ਤੇ ਹੁਣ ਇਹ ਮਹਾਰਾਣੀ ਪੱਖਾ ਲਾ ਕੇ ਰੋਟੀ ਪਕਾਊ। ਬਿਜਲੀ ਦਾ ਬਿੱਲ ਇਹਦੇ ਪਿਓ ਨੇ ਭਰਨਾ। ਕੁਲਵੰਤ ਦੀ ਮਾਂ ਨੇ ਜਾ ਕੇ ਪੱਖਾ ਬੰਦ ਕਰ ਦਿੱਤਾ ਤੇ ਨਾਲੇ ਰੇਡੀਓ ਚੱਕ ਕੇ ਲੈ ਗਈ।
ਕੁਲਵੰਤ ਦੀ ਪਤਨੀ ਨੂੰ ਇਹ ਗੱਲ ਬੜੀ ਬੁਰੀ ਲੱਗੀ। ਜਦੋਂ ਕੁਲਵੰਤ ਸ਼ਾਮ ਨੂੰ ਘਰੇ ਆਇਆ ਤਾਂ ਉਸ ਦੀ ਪਤਨੀ ਨੇ ਸਾਰੀ ਗੱਲ ਦੱਸੀ। ਕੁਲਵੰਤ ਨੇ ਉਸ ਨੂੰ ਸਮਝਾਇਆ ਕਿ ਕੋਈ ਗੱਲ ਨਹੀਂ, ਮੈਂ ਮਾਂ ਨਾਲ ਗੱਲ ਕਰਦਾ। ਮਾਂ, ਤੂੰ ਅੱਜ ਰਵਿੰਦਰ ਦਾ ਪੱਖਾ ਕਿਉਂ ਬੰਦ ਕਰ ਦਿੱਤਾ ਤੇ ਨਾਲੇ ਰੇਡੀਓ ਕਿਉਂ ਲੈ ਗਈ ਤੂੰ? ਮਾਂ, ਤੈਨੂੰ ਪਤਾ ਹੈ ਨਾ ਉਹ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਹੈ। ਲੈ, ਤੂੰ ਤਾਂ 2 ਮਹੀਨਿਆਂ ਵਿੱਚ ਹੀ ਉਹਦੇ ਨਾਲ ਦਾ ਹੋ ਗਿਆ। ਮਾਂ, ਇਸ ਵਿੱਚ ਨਾਲ ਹੋਣ ਵਾਲੀ ਕੋਈ ਗੱਲ ਨਹੀਂ, ਤੂੰ ਤਾਂ ਸਮਝਣ ਨੂੰ ਤਿਆਰ ਹੀ ਨਹੀਂ ਗੱਲ। ਜਿਹਨੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ, ਪੜ੍ਹਾ ਲਿਖਾ ਕੇ ਨੌਕਰੀ ਤੇ ਲਵਾਇਆ, ਉਹਨੂੰ ਕਹਿ ਰਿਹਾ ਕਿ ਗੱਲ ਨਹੀਂ ਸਮਝ ਆਉਂਦੀ। ਆ ਕੱਲ ਦੀ ਕੁੜੀ ਦੀ ਗੱਲ ਤੈਨੂੰ ਸਮਝ ਆਉਂਦੀ ਆ? ਮਾਂ, ਤੇਰੇ ਨਾਲ ਬਹਿਸ ਕਰਨੀ ਬੇਕਾਰ ਹੈ। ਇੰਨਾ ਕਹਿ ਕੇ ਕੁਲਵੰਤ ਬਾਹਰ ਨਿਕਲ ਗਿਆ। ਇਹਨੇ 2 ਦਿਨਾਂ 'ਚ ਮੇਰਾ ਪੁੱਤ ਮੇਰੇ ਮੂਹਰੇ ਬੋਲਣ ਲਾ ਦਿੱਤਾ। ਉਹ ਤਾਂ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕਰਦਾ ਸੀ, ਮਾਂ ਮਾਂ ਕਰਦਾ ਨਹੀਂ ਸੀ ਥੱਕਦਾ। ਇਹਨੇ ਪਤਾ ਨਹੀਂ ਸਿਰ ਵਿੱਚ ਕੀ ਪਾਤਾ, ਮੇਰਾ ਪੁੱਤ ਹੁਣ ਮੂੰਹੋਂ ਨਹੀਂ ਬੋਲਦਾ। ਕੁਲਵੰਤ ਦੀ ਮਾਂ ਕਾਫੀ ਸਮਾਂ ਬੁੜਬੜਾਉਂਦੀ ਰਹੀ। ਇਹ ਰੋਜ਼ ਦਾ ਕਾਟੋ ਕਲੇਸ਼ ਸੀ। ਛੋਟੀ ਛੋਟੀ ਗੱਲ ਤੇ ਕੁਲਵੰਤ ਦੀ ਮਾਂ ਉਸ ਦੀ ਪਤਨੀ ਨਾਲ ਲੜਦੀ ਰਹਿੰਦੀ। ਦਾਦੀ ਮੰਜੇ ਤੇ ਬੈਠੀ ਦਾਦੀ ਨੂੰ ਉੱਚਾ ਸੁਣਦਾ ਸੀ, ਇਸ ਲਈ ਉਸ ਨੂੰ ਜ਼ਿਆਦਾ ਗੱਲ ਸਮਝ ਨਹੀਂ ਸੀ ਆਉਂਦੀ। ਪਰ ਜਦੋਂ ਵੀ ਕੁਲਵੰਤ ਦੀ ਪਤਨੀ ਦਾਦੀ ਕੋਲ ਜਾਂਦੀ, ਉਹ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਨੋਂ ਨਾ ਹਟਦੀ। ਕੁਲਵੰਤ ਦੀ ਪਤਨੀ ਨੂੰ ਦਾਦੀ ਚੰਗੀ ਲੱਗਦੀ। ਉਹ ਆਨੇ ਬਹਾਨੇ ਦਾਦੀ ਕੋਲ ਬਹਿ ਜਾਂਦੀ। ਦੋਨੋਂ ਬੈਠ ਕੇ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਦੀਆਂ। ਕੁਲਵੰਤ ਦੀ ਮਾਂ ਵੀ ਆਪਣੀ ਨੂੰਹ ਨੂੰ ਮਿਹਣੇ ਮਾਰਨ ਦਾ ਕੋਈ ਮੌਕਾ ਨਾ ਗਵਾਉਂਦੀ। ਘਰ ਦਾ ਮਾਹੌਲ ਟੈਨਸ਼ਨ ਵਾਲਾ ਹੋ ਗਿਆ, ਕਿਉਂਕਿ ਕੁਲਵੰਤ ਦੀ ਪਤਨੀ ਹਰ ਗੱਲ ਕੁਲਵੰਤ ਨੂੰ ਦੱਸਦੀ ਤੇ ਫੇਰ ਉਹ ਮਾਂ ਨਾਲ ਲੜਦਾ। ਕੁਲਵੰਤ ਦੀ ਪਤਨੀ ਨੇ ਉਸ ਨੂੰ ਸੁਝਾਅ ਦਿੱਤਾ ਕਿ ਦੇਖੋ, ਮੈਂ ਪੜ੍ਹੀ ਲਿਖੀ ਹਾਂ, ਨੌਕਰੀ ਕਰ ਸਕਦੀ ਹਾਂ, ਆਪਾਂ ਸ਼ਹਿਰ ਰਹਿਣਾ ਸ਼ੁਰੂ ਕਰ ਦਿੰਨੇ ਆ। ਪਰ ਕੁਲਵੰਤ ਇਸ ਲਈ ਤਿਆਰ ਨਹੀਂ ਸੀ। ਪੌਣੇ 2 ਸਾਲ ਲੰਘ ਗਏ। ਕੁਲਵੰਤ ਇੱਕ ਪੁੱਤ ਦਾ ਪਿਓ ਬਣ ਗਿਆ। ਕੁਲਵੰਤ ਦੀ ਪਤਨੀ ਮੁੰਡੇ ਨੂੰ ਲੈ ਕੇ ਸਹੁਰੇ ਪਿੰਡ ਆ ਗਈ, ਪਰ ਉਸ ਦੀ ਮਾਂ ਦੇ ਸੁਭਾਅ ਵਿੱਚ ਕੋਈ ਫਰਕ ਨਾ ਆਇਆ। ਮੁੰਡਾ 6 ਮਹੀਨਿਆਂ ਦਾ ਹੋ ਗਿਆ। ਕੁਲਵੰਤ ਦੀ ਪਤਨੀ ਨੇ ਫਿਰ ਉਸ ਨੂੰ ਸ਼ਹਿਰ ਜਾਣ ਦੀ ਸਲਾਹ ਦਿੱਤੀ, ਕਿਉਂਕਿ ਬੱਚੇ ਦੀ ਪੜ੍ਹਾਈ ਦਾ ਵੀ ਮਾਮਲਾ ਸੀ। ਕੁਲਵੰਤ ਨੇ ਵੀ ਸ਼ਹਿਰ ਰਹਿਣ ਦਾ ਮਨ ਬਣਾਇਆ। ਉਹ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ। ਕੁਲਵੰਤ ਦੀ ਦਾਦੀ ਚੱਲ ਵਸੀ। ਕੁਲਵੰਤ ਦਾ ਬੇਟਾ ਸਕੂਲ ਪੜ੍ਹਨ ਲੱਗ ਗਿਆ। ਕੁਲਵੰਤ ਕਦੇ-ਕਦੇ ਪਰਿਵਾਰ ਸਮੇਤ ਪਿੰਡ ਚੱਕਰ ਲਾ ਆਉਂਦਾ। ਹੌਲੀ-ਹੌਲੀ ਉਸਨੇ ਸ਼ਹਿਰ ਵਿੱਚ ਆਪਣਾ ਮਕਾਨ ਬਣਾ ਲਿਆ। ਪਿੰਡ ਖੇਤੀਬਾੜੀ ਉਸਦੇ ਮਾਂ-ਬਾਪ ਕਰਦੇ। ਕੁਲਵੰਤ ਦੀ ਪਤਨੀ ਆਪਣੇ ਬੇਟੇ ਦੇ ਭਵਿੱਖ ਬਾਰੇ ਸੁਪਨੇ ਲੈਂਦੀ। ਉਹ ਕੁਲਵੰਤ ਨੂੰ ਕਹਿੰਦੀ, ਮੈਂ ਆਪਣੇ ਬੇਟੇ ਨੂੰ ਬੜਾ ਵੱਡਾ ਅਫਸਰ ਬਣਾਵਾਂਗੀ, ਫਿਰ ਇਹਦਾ ਵਿਆਹ ਕਰਾਂਗੀ, ਆਪਣੀ ਪਸੰਦ ਦੀ ਪਰੀਆਂ ਵਰਗੀ ਨੂੰਹ ਲੈ ਕੇ ਆਵਾਂਗੀ। ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ, ਪਰ ਕੁਲਵੰਤ ਕੁਝ ਨਹੀਂ ਸੀ ਬੋਲਦਾ। ਬਸ ਉਹ ਚੁੱਪਚਾਪ ਸੁਣਦਾ ਰਹਿੰਦਾ। ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਆਪਣਾ ਬੇਟਾ ਵੱਡਾ ਅਫਸਰ ਕਿਉਂ ਨਹੀਂ ਬਣ ਸਕਦਾ? ਮੈਂ ਕਦੋਂ ਕਹਿਣਾ ਵੀ ਨਹੀਂ ਬਣ ਸਕਦਾ, ਪਰ ਇਸ ਤੋਂ ਅੱਗੇ ਜੋ ਤੂੰ ਸੋਚਦੀ ਹੈ, ਮੈਨੂੰ ਗੁੱਸਾ ਆਉਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਮੇਰੇ ਪੁੱਤ ਨੂੰ ਪਰੀਆਂ ਵਰਗੀ ਕੁੜੀ ਨਹੀਂ ਮਿਲ ਸਕਦੀ? ਮੁੰਡੇ ਨੂੰ ਤਾਂ ਪਰੀਆਂ ਵਰਗੀ ਕੁੜੀ ਮਿਲ ਜਾਊ, ਪਰ ਤੈਨੂੰ ਤੇਰੇ ਪਸੰਦ ਦੀ ਨੂੰਹ ਨਹੀਂ ਮਿਲਣੀ। ਲੈ, ਕਿਉਂ ਨਹੀਂ ਮਿਲਣੀ? ਮੈਂ ਆਪਣੀ ਨੂੰਹ ਨੂੰ ਇੰਨਾ ਪਿਆਰ ਕਰੂੰ, ਤੁਸੀਂ ਵੇਖਦੇ ਰਹਿ ਜਾਓਗੇ। ਆਪਣੀ ਪਤਨੀ ਦੀ ਗੱਲ ਸੁਣ ਕੇ ਹੁਣ ਕੁਲਵੰਤ ਨੂੰ ਹਾਸਾ ਆ ਗਿਆ। ਇਹ ਸਭ ਕਹਿਣ ਦੀਆਂ ਗੱਲਾਂ ਨੇ। ਜਦੋਂ ਤੱਕ ਮੁੰਡੇ ਦਾ ਵਿਆਹ ਨਹੀਂ ਹੁੰਦਾ, ਉਦੋਂ ਤੱਕ ਹੀ ਤੂੰ ਮੁੰਡੇ ਨਾਲ ਪਿਆਰ ਕਰੇਂਗੀ, ਉਸ ਤੋਂ ਪਿੱਛੋਂ ਨਹੀਂ। ਕੁਲਵੰਤ ਆਪਣੇ ਤਜਰਬੇ ਤੋਂ ਬੋਲ ਰਿਹਾ ਸੀ। ਲਓ ਜੀ, ਇਹ ਕੀ ਗੱਲ ਕਰਤੀ ਤੁਸੀਂ? ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਆਪਣੀ ਨੂੰਹ ਨੂੰ ਧੀ ਵਾਂਗ ਪਿਆਰ ਕਰੂੰ, ਕੁਲਵੰਤ ਦੀ ਪਤਨੀ ਨੇ ਕਿਹਾ। ਕੁਲਵੰਤ ਦੀ ਇਹ ਗੱਲ ਅਣਸੁਣੀ ਕਰ ਦਿੱਤੀ। ਕੁਲਵੰਤ ਨੇ ਇਹ ਗੱਲ ਅਣਸੁਣੀ ਕਰ ਦਿੱਤੀ। ਕੁਲਵੰਤ ਦਾ ਬੇਟਾ ਸ਼ਹਿਰ ਦੇ ਚੰਗੇ ਸਕੂਲ ਵਿੱਚ ਪੜ੍ਹਦਾ ਸੀ। ਮਾਂ-ਬਾਪ ਪੜ੍ਹੇ ਲਿਖੇ ਹੋਣ ਕਰਕੇ ਉਹ ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ। ਕੁਲਵੰਤ ਦੀ ਪਤਨੀ ਉਸ ਨੂੰ ਆਪ ਪੜ੍ਹਾਉਂਦੀ। ਸਮਾਂ ਲੰਘਦਾ ਗਿਆ। ਕੁਲਵੰਤ ਦੇ ਮਾਂ-ਬਾਪ ਸਵਰਗ ਸਿਧਾਰ ਗਏ। ਪਿੰਡ ਵਾਲੀ ਜ਼ਮੀਨ ਕੁਲਵੰਤ ਨੇ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ। ਕੁਲਵੰਤ ਦਾ ਬੇਟਾ ਵੀ ਡਿਗਰੀ ਕਰ ਗਿਆ ਸੀ। ਉਸ ਨੇ ਸਿਵਲ ਇੰਜੀਨੀਅਰਿੰਗ ਵਿੱਚ ਪੜ੍ਹਾਈ ਕੀਤੀ ਸੀ। ਕੁਲਵੰਤ ਨੇ ਉਸ ਨੂੰ ਆਪਣੀ ਕੰਸਟਰਕਸ਼ਨ ਕੰਪਨੀ ਖੋਲ੍ਹਣ ਦੀ ਸਲਾਹ ਦਿੱਤੀ। ਕੁਲਵੰਤ ਕੋਲ ਪੈਸੇ ਸੀ, ਇਸ ਲਈ ਮੁੰਡੇ ਨੂੰ ਬਿਜ਼ਨਸ ਖੋਲ੍ਹ ਦਿੱਤਾ। ਮੁੰਡਾ ਹੁਸ਼ਿਆਰ ਸੀ। 2 ਸਾਲਾਂ ਵਿੱਚ ਮੁੰਡੇ ਨੇ ਆਪਣਾ ਕੰਮ ਵਧੀਆ ਚਲਾ ਲਿਆ। ਕੁਲਵੰਤ ਨੇ ਵੀ ਪੁਰਾਣਾ ਘਰ ਵੇਚ ਕੇ ਨਵਾਂ ਮਾਡਰਨ ਤਰੀਕੇ ਦਾ ਘਰ ਬਣਾਇਆ। ਵੱਡਾ ਡਰਾਇੰਗ ਰੂਮ, ਹਰ ਬੈੱਡਰੂਮ ਨਾਲ ਅਟੈਚ ਬਾਥਰੂਮ,
ਘਰ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਸੀ। ਦੋਨੋਂ ਪਿਓ ਪੁੱਤਰਾਂ ਕੋਲ ਆਪਣੀਆਂ ਕਾਰਾਂ ਸਨ। ਕੁਲਵੰਤ ਦੀ ਰਿਟਾਇਰਮੈਂਟ ਨੇੜੇ ਸੀ। ਉਸ ਦੀ ਪਤਨੀ ਹੁਣ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹੁੰਦੀ ਸੀ। ਉਸ ਨੇ ਆਪਣੀ ਹੋਣ ਵਾਲੀ ਨੂੰਹ ਲਈ ਗਹਿਣੇ ਪਹਿਲਾਂ ਹੀ ਬਣਾ ਰੱਖੇ ਸਨ। ਕੁਲਵੰਤ ਦੇ ਬੇਟੇ ਨੂੰ ਚੰਗੇ ਵੱਡੇ ਘਰਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਕੁਲਵੰਤ ਕੋਲ ਜ਼ਮੀਨ, ਸ਼ਹਿਰ ਵਿੱਚ ਕੋਠੀ, ਬੇਟੇ ਦਾ ਚੰਗਾ ਬਿਜ਼ਨਸ, ਕੁਲਵੰਤ ਦੀ ਵਧੀਆ ਰੈਪੂਟੇਸ਼ਨ, ਹਰ ਗੱਲ ਸੀ ਜੋ ਕੁੜੀ ਵਾਲੇ ਆਮ ਤੌਰ ਤੇ ਰਿਸ਼ਤਾ ਕਰਨ ਵੇਲੇ ਵੇਖਦੇ ਹਨ। ਪਰ ਕੁਲਵੰਤ ਦੇ ਮੁੰਡੇ ਨੂੰ ਕੁੜੀ ਪਸੰਦ ਨਾ ਆਉਂਦੀ। ਦਰਅਸਲ ਉਸ ਦਾ ਵੀ ਇਹੋ ਮਨ ਸੀ ਕਿ ਕੁੜੀ ਮਾਂ-ਬਾਪ ਦੀ ਪਸੰਦ ਦੀ ਹੋਵੇ। ਉਹ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਦੀ ਸੋਚਦਾ ਸੀ। ਇਸ ਲਈ ਉਹ ਸਵੇਰੇ ਜਲਦੀ ਜਾਂਦਾ ਤੇ ਸ਼ਾਮ ਨੂੰ ਲੇਟ ਘਰ ਆਉਂਦਾ। ਉਸ ਨੂੰ ਵੀ ਪਤਾ ਸੀ ਕਿ ਉਸ ਦੀ ਹੋਣ ਵਾਲੀ ਪਤਨੀ ਨੇ ਜ਼ਿਆਦਾ ਸਮਾਂ ਪਰਿਵਾਰ ਨਾਲ ਹੀ ਰਹਿਣਾ ਹੈ, ਇਸ ਲਈ ਉਹ ਚਾਹੁੰਦਾ ਸੀ ਕਿ ਕੁੜੀ ਇਹਨਾਂ ਦੇ ਪਸੰਦ ਦੀ ਹੀ ਆਵੇ। ਕੁਲਵੰਤ ਦੇ ਮਾਂ-ਬਾਪ ਨੇ ਸਧਾਰਨ ਪਰਿਵਾਰ ਦੀ ਇੱਕ ਸੋਹਣੀ ਤੇ ਸਮਝਦਾਰ ਕੁੜੀ ਵੇਖੀ। ਉਸ ਦੀ ਫੋਟੋ ਕੁਲਵੰਤ ਦੇ ਬੇਟੇ ਨੂੰ ਵੀ ਪਸੰਦ ਆ ਗਈ। ਕੁਲਵੰਤ ਨੇ ਪਰਿਵਾਰ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕਰ ਲਿਆ। ਕੁਲਵੰਤ ਦੀ ਘਰਵਾਲੀ ਨੂੰ ਬੇਟੇ ਦੇ ਵਿਆਹ ਦਾ ਬੜਾ ਚਾਅ ਸੀ। ਉਸ ਨੇ ਆਪਣੇ ਬੇਟੇ ਲਈ ਤੇ ਹੋਣ ਵਾਲੀ ਨੂੰਹ ਲਈ ਮਹਿੰਗੇ ਤੋਂ ਮਹਿੰਗੇ ਕੱਪੜੇ, ਜੁੱਤੇ ਤੇ ਹੋਰ ਸਮਾਨ ਖਰੀਦਿਆ। ਗਹਿਣੇ ਉਸ ਨੇ ਪਹਿਲਾਂ ਹੀ ਬਣਾ ਲਏ ਸਨ। ਵਿਆਹ ਬੜੀ ਧੂਮਧਾਮ ਨਾਲ ਹੋਇਆ। ਕੁਲਵੰਤ ਦੇ ਘਰ ਨੂੰਹ ਆ ਗਈ। ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ। ਉਸ ਤੋਂ ਪਿੱਛੋਂ ਫਿਰ ਉਹੀ ਨੂੰਹ ਸੱਸ ਵਾਲੀ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਨਾਲ ਕੁਲਵੰਤ ਤੇ ਉਹਦੇ ਬੇਟੇ ਦੇ ਕੰਮ ਤੇ ਅਸਰ ਪੈਣਾ ਲਾਜ਼ਮੀ ਸੀ। ਘਰ ਵਿੱਚ ਕੰਮ ਕਰਨ ਲਈ ਨੌਕਰ ਰੱਖੇ ਹੋਏ ਸਨ। ਰੋਟੀ ਬਣਾਉਣ ਲਈ ਵੀ ਨੌਕਰ ਸਨ। ਹਰ ਸੁਵਿਧਾ ਸੀ ਘਰ ਵਿੱਚ, ਪਰ ਫੇਰ ਵੀ ਨਿੱਕੀ ਗੱਲ ਤੇ ਕਲੇਸ਼ ਪੈ ਜਾਂਦਾ ਸੀ। ਕਈ ਵਾਰ ਕੁਲਵੰਤ ਦੇ ਬੇਟੇ ਨੂੰ ਕੰਮ ਵਿਚਾਲੇ ਛੱਡ ਕੇ ਘਰ ਆਉਣਾ ਪੈਂਦਾ। ਉਧਰ ਕੁਲਵੰਤ ਵੀ ਨੌਕਰੀ ਛੱਡ ਕੇ ਘਰ ਭੱਜਦਾ। ਇੱਕ ਦਿਨ ਕੁਲਵੰਤ ਦੀ ਘਰਵਾਲੀ ਨੇ ਫੈਸਲਾ ਸੁਣਾ ਦਿੱਤਾ ਵੀ ਉਹ ਇਸ ਘਰ ਵਿੱਚ ਨਹੀਂ ਰਹੇਗੀ। ਉਸ ਨੇ ਕੁਲਵੰਤ ਤੇ ਜ਼ੋਰ ਪਾਇਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਾਲੇ ਘਰ ਵਿੱਚ ਚਲੇ ਜਾਣਗੇ। ਕੁਲਵੰਤ ਨੇ ਵੀ ਹਾਮੀ ਭਰ ਦਿੱਤੀ। ਰਿਟਾਇਰਮੈਂਟ ਤੋਂ ਬਾਅਦ ਕੁਲਵੰਤ ਆਪਣੀ ਪਤਨੀ ਨੂੰ ਲੈ ਕੇ ਪਿੰਡ ਆ ਗਿਆ। ਉਧਰ ਕੁਲਵੰਤ ਦੀ ਨੂੰਹ ਦੇ ਬੇਟਾ ਹੋ ਗਿਆ। ਕੁਲਵੰਤ ਦਾਦਾ ਬਣ ਗਿਆ ਸੀ। ਉਹ ਤੇ ਉਹਦੀ ਪਤਨੀ ਉਸ ਨੂੰ ਵੇਖਣ ਲਈ ਆਏ। ਕੁਲਵੰਤ ਦਾ ਤਾਂ ਪਿੰਡ ਵਿੱਚ ਜੀ ਲੱਗ ਗਿਆ ਸੀ, ਪਰ ਉਸ ਦੀ ਪਤਨੀ ਨੂੰ ਥੋੜੀ ਜਿਹੀ ਮੁਸ਼ਕਲ ਆਈ। ਪਰ ਕੁਲਵੰਤ ਕੋਲ ਕਾਰ ਸੀ। ਉਹ ਦੂਸਰੇ ਤੀਸਰੇ ਦਿਨ ਕਿਧਰੇ ਚੱਕਰ ਲਾ ਆਉਂਦੇ। ਦੂਜੇ ਪਾਸੇ ਕੁਲਵੰਤ ਦੇ ਬੇਟੇ ਤੇ ਨੂੰਹ ਨੂੰ ਥੋੜੇ ਦਿਨ ਉਹਨਾਂ ਦੀ ਕਮੀ ਮਹਿਸੂਸ ਹੋਈ। ਹੌਲੀ ਉਹਨਾਂ ਨੂੰ ਵੀ ਉਹਨਾਂ ਤੋਂ ਬਿਨਾਂ ਰਹਿਣ ਦੀ ਆਦਤ ਪੈ ਗਈ। ਦੋਨੋਂ ਆਪਣੀ ਜਗ੍ਹਾ ਵਧੀਆ ਰਹਿ ਰਹੇ ਸਨ। ਕੁਲਵੰਤ ਤੇ ਉਸ ਦੀ ਪਤਨੀ ਕਦੇ-ਕਦੇ ਉਹਨਾਂ ਨੂੰ ਮਿਲ ਜਾਂਦੇ। ਉਹ ਵੀ ਬੇਟੇ ਦੀਆਂ ਛੁੱਟੀਆਂ 'ਚ ਪਿੰਡ ਜਾ ਆਉਂਦੇ। ਕੁਲਵੰਤ ਨੇ ਪਿੰਡ ਵਾਲੇ ਘਰ ਨੂੰ ਰੈਨੋਵੇਟ ਕਰ ਲਿਆ ਸੀ। ਨਾਲ ਵਾਲੇ ਖਾਲੀ ਥਾਂ ਵਿੱਚ ਉਸਨੇ ਇੱਕ ਬੜਾ ਸੋਹਣਾ ਬਗੀਚਾ ਬਣਾਇਆ ਤੇ ਇੱਕ ਸਵਿਮਿੰਗ ਪੂਲ ਵੀ ਬਣਾਇਆ। ਗਰਮੀ ਦੀਆਂ ਛੁੱਟੀਆਂ ਵਿੱਚ ਅਕਸਰ ਕੁਲਵੰਤ ਦਾ ਪੋਤਾ ਪਿੰਡ ਆਉਂਦਾ। ਉਸ ਨੂੰ ਪੂਲ ਵਿੱਚ ਨਹਾਉਣਾ ਤੇ ਬਗੀਚੀ ਵਿੱਚ ਖੇਡਣਾ ਚੰਗਾ ਲੱਗਦਾ। ਕੁਲਵੰਤ ਦੀ ਨੂੰਹ ਵੀ ਆਪਣੇ ਪੁੱਤ ਨੂੰ ਬੇਹੱਦ ਪਿਆਰ ਕਰਦੀ ਸੀ। ਇੱਕ ਦਿਨ ਜਦੋਂ ਉਹ ਪਿੰਡ ਆਏ ਤਾਂ ਕੁਲਵੰਤ ਦੀ ਨੂੰਹ ਆਪਣੇ ਬੇਟੇ ਨਾਲ ਲਾਡ ਲਡਾ ਰਹੀ ਸੀ। ਬੇਟਾ, ਮੈਂ ਤੈਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣਾ ਚਾਹੁੰਦੀ ਹਾਂ। ਤੂੰ ਮੇਰੀ ਜਾਨ ਵੀ ਮੰਗ ਲਵੇਂ ਨਾ, ਮੈਂ ਦੇ ਦਿਆਂਗੀ। ਉਹ ਭਾਵੁਕ ਹੋਈ ਕਹਿ ਰਹੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਕੁਲਵੰਤ ਇਹ ਸਭ ਕੁਝ ਪਿੱਛੇ ਖੜਾ ਸੁਣ ਰਿਹਾ ਸੀ। ਕੁਲਵੰਤ ਦਾ ਹਾਸਾ ਨਿਕਲ ਗਿਆ। ਪਾਪਾ, ਤੁਸੀਂ ਹੱਸੇ ਕਿਉਂ? ਨੂੰਹ ਨੇ ਕੁਲਵੰਤ ਨੂੰ ਪੁੱਛਿਆ। ਪੁੱਤਰ, ਮਾਵਾਂ ਦਾ ਪਿਆਰ ਪੁੱਤਰਾਂ ਨਾਲ ਸਿਰਫ ਉਦੋਂ ਤੱਕ ਹੁੰਦਾ ਜਦੋਂ ਤੱਕ ਉਹ ਵਿਆਹੇ ਨਹੀਂ ਜਾਂਦੇ। ਨਹੀਂ ਪਾਪਾ, ਮੈਂ ਏਦਾਂ ਨਹੀਂ ਕਰਦੀ। ਮੈਂ ਵਿਆਹ ਤੋਂ ਬਾਅਦ ਵੀ ਇਸ ਨੂੰ ਤੇ ਇਹਦੀ ਪਤਨੀ ਨੂੰ ਬੜਾ ਪਿਆਰ ਕਰਾਂਗੀ। ਇਹ ਵਾਅਦਾ ਹੈ ਮੇਰਾ ਤੁਹਾਡੇ ਨਾਲ, ਨੂੰਹ ਨੇ ਕੁਲਵੰਤ ਨੂੰ ਕਿਹਾ। ਸਭ ਝੂਠ, ਇਹ ਸਭ ਵਾਅਦਾ ਝੂਠ, ਜੋ ਮੈਂ ਬਹੁਤ ਵਾਰ ਸੁਣਿਆ। ਇਹ ਗੱਲ ਕਹਿ ਕੇ ਕੁਲਵੰਤ ਦਾ ਹਾਸਾ ਨਿਰਾਸ਼ਾ ਤੇ ਗੁੱਸੇ ਵਿੱਚ ਬਦਲ ਗਿਆ ਤੇ ਉਹ ਬਾਹਰ ਨੂੰ ਤੁਰ ਗਿਆ। ਸੋ ਜੀ, ਲਖਵਿੰਦਰ ਸਿੰਘ ਸੰਧੂ ਜੀ ਦੀ ਲਿਖੀ ਕਹਾਣੀ ਝੂਠਾ ਵਾਅਦਾ, ਜੋ ਮਿੱਠੀ ਜ਼ਿੰਦਗੀ ਦੇ ਖੂਨ ਦੇ ਰਿਸ਼ਤੇ ਦੇ ਕੌੜੇ ਸੱਚ ਨਾਲ ਰੂਬਰੂ ਕਰਾਉਂਦੀ, ਤੁਹਾਨੂੰ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਜੇਕਰ ਕਹਾਣੀ ਨੂੰ ਪਸੰਦ ਕਰਦੇ ਹੋ ਤਾਂ ਕਹਾਣੀ ਨੂੰ ਲਾਈਕ ਕਰਕੇ ਉਹਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਜੇਕਰ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਬਟਨ ਨੂੰ ਦਬਾ ਦਿਓ, ਤਾਂ ਜੋ ਜਦੋਂ ਵੀ ਕਹਾਣੀ ਪੋਸਟ ਕੀਤੀ ਜਾਵੇ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਫਿਰ ਮਿਲਦੀ ਹਾਂ ਜੀ ਕਿਸੇ ਹੋਰ ਖੂਬਸੂਰਤ ਕਹਾਣੀ ਦੇ ਨਾਲ।
ਅੱਜ ਦੇ ਲਈ ਬਹੁਤ ਬਹੁਤ ਧੰਨਵਾਦ।